माया मोह परम पै भूले, सुतारा स्यों प्रीत लगाए। एक उत्तम पंथ सुन्यो गुर संगत, तह मिलंत जम त्रास मिटाई। एक अरदास भाट कीरत की, गुरु रामदास राखो शरणाई। एक अरदास भाट कीरत की, गुरु रामदास राखो शरणाई। जुगो जुग अटल चवर छतर तख दे मालिक, हाजरा हजूर ज़ारा ज़हूर। शब्द गुरु धन सतगुरु गुरु ग्रंथ साहिब सच्चे पातशाह महाराज जी दे पावन पवित्र निगी गोद अंदर जुड़ बैठे सतसंगी जनों, वड्डियां भागां वाले हो। ਅੰਮ੍ਰਿਤ ਵੇਲੇ ਦੇ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰ ਮਹਾਰਾਜ ਦੀ ਪਾਵਨ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਆਪ ਜੀਆਂ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਬਾਬਾ ਸ਼ੇਖ ਫਰੀਦ ਸਾਹਿਬ ਜੀ ਜਿਨ੍ਹਾਂ ਦੀ ਪਾਵਨ ਬਾਣੀ ਦੀ ਵਿਚਾਰ ਆਰੰਭੀ ਹੋਈ ਹੈ ਸਾਧ ਸੰਗਤ, ਅੱਜ ਦੇ ਇਹ ਪਾਵਨ ਸ਼ਲੋਕ ਨੰਬਰ 37 ਦੇ ਅੰਦਰ ਜੋ ਬਾਬਾ ਫਰੀਦ ਸਾਹਿਬ ਜੀ ਨੇ ਮਨੁੱਖਤਾ ਨੂੰ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਨੋ ਬਿਰਤੀਆਂ ਇਕਾਗਰ ਕਰੋ, ਸਾਰੇ ਪਹਿਲੇ ਰਲ ਕੇ इस श्लोक ਨੂੰ ਸਰਵਣ ਕਰੀਏ। ਫਿਰ ਉਸ ਤੋਂ ਬਾਅਦ ਇਸ ਸ਼ਲੋਕ ਦੀ ਵਿਚਾਰ ਹੈ ਜੀ। ਸਤਨਾਮ ਵਾਹਿਗੁਰੂ ਜੀ ਫਰੀਦਾ, ਇਹ ਵਿਸ਼ ਗੰਧਲਾ ਧਰਿਆ ਖੰਡ ਲਿਵਾੜ। ਇੱਕ ਰਾਹਿੰਦੇ ਰਹਿ ਗਏ, ਇਕ ਰਾਧੀ ਗਏ ਉਜਾੜ। ਫਰੀਦਾ ਇਹ ਵਿਸ਼ ਗੰਧਲਾ ਧਰਿਆ ਖੰਡ ਲਿਵਾੜ। ਇਕ ਰਾਹਿੰਦੇ ਰਹਿ ਗਏ, ਇਕ ਰਾਧੀ ਗਏ ਉਜਾੜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਫਰੀਦ ਸਾਹਿਬ ਜੀ ਨੇ ਇਸ ਪਾਵਨ ਸ਼ਲੋਕ ਦੇ ਅੰਦਰ ਜੋ ਰਹਿਮਤ ਕੀਤੀ ਹੈ, ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਫਰੀਦਾ ਇਹ ਵਿਸ਼ ਗੰਧਲਾ। ਇੱਥੇ ਇਹ ਤੋਂ ਭਾਵ ਹੈ ਇਹ ਦੁਨਿਆਵੀ ਪਦਾਰਥ, ਦੁਨੀਆ ਦੇ ਵਿਸ਼ੇ ਵਿਕਾਰ ਇਹ ਜੀਵ ਤੋਂ ਜੋ ਭੋਗ ਰਿਹਾ ਹੈ, ਇਹ ਵਿਸ਼ ਦੀਆਂ ਭਾਵ ਕਿ ਜ਼ਹਿਰ ਦੀਆਂ ਗੰਧਲਾਂ ਨੇ। ਹੁਣ ਗੰਧਲਾਂ ਸ਼ਬਦ ਜਿਹੜਾ ਹੈ ਇਹ ਕਿਰਸਾਨੀ ਦੇ ਨਾਲ ਜਾਂ ਪਰੰਪਰਾ ਜਿਹੜੀ ਹੈ ਪੰਜਾਬ ਦੀ ਉਸ ਦੇ ਨਾਲ ਸੰਬੰਧ ਰੱਖਦਾ ਹੈ। ਆਮ ਖਾਸ ਜਦੋਂ ਸਰੋਂ ਦੇ ਦਾਣੇ ਪੁੰਗਰਦੇ ਨੇ, ਸਰੋਂ ਦੀ ਖੇਤੀ ਕੀਤੀ ਜਾਂਦੀ ਹੈ ਤੇ ਉਸ ਸਰੋਂ ਦੇ ਪੁੰਗਰਦੇ ਹੋਏ ਉੱਪਰਲੇ ਭਾਗ ਨੂੰ ਗੰਧਲਾਂ ਕਿਹਾ ਜਾਂਦਾ ਹੈ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਇਹ ਦੁਨਿਆਵੀ ਪਦਾਰਥ ਜਿਹੜੇ ਦੁਨੀਆ ਦੇ ਸੁੱਖਾਂ ਦੇ ਅੰਦਰ ਇਹ ਇਨਸਾਨ ਤੋਂ ਟਿਕਿਆ ਹੋਇਆ ਨਾ, ਇਹ ਵਿਸ਼ ਦੀਆਂ ਗੰਧਲਾਂ ਨੇ। ਤੇ ਨਾਲ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਧਰੀਆਂ ਖੰਡ ਲਿਵਾੜ, ਜੜੀਆਂ ਧਰੀਆਂ ਹੋਈਆਂ ਨੇ, ਰੱਖੀਆਂ ਹੋਈਆਂ ਨੇ ਖੰਡ ਦੇ ਨਾਲ ਲਿਵਾੜ ਕੇ। ਲਿਵਾੜ ਤੋਂ ਭਾਵ ਹੁੰਦਾ ਹੈ ਗਲੇਫ ਕੇ, ਜਿਵੇਂ ਕਹਿ ਲਵਾਂ ਲਪੇਟ ਕੇ। ਜੋ ਅਸਲ ਮੀਨਿੰਗ ਨੇ ਲਿਵਾੜ ਦੇ ਉਹ ਗਲੇਫ ਹੈ, ਭਾਵ ਕਿ ਅਸੀਂ ਆਮ ਕਹਿ ਦਿੰਦੇ ਹਾਂ ਕਿ ਵਲੇਟ ਕੇ ਰੱਖੀਆਂ ਹੋਈਆਂ ਨੇ।
ਇਹ ਦੁਨਿਆਵੀ ਪਦਾਰਥ ਜਿਹੜੇ ਤੈਨੂੰ ਖੰਡ ਵਰਗੇ ਅੰਮ੍ਰਿਤ ਲੱਗਦੇ ਨੇ, ਮਿੱਠੇ ਲੱਗਦੇ ਨੇ, ਸਵਾਦਲੇ ਲੱਗਦੇ ਨੇ, ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਇਹ ਦੁਨਿਆਵੀ ਪਦਾਰਥ ਵਿਸ਼ਾਂ ਦੀਆਂ ਗੰਦਲਾਂ ਨੇ, ਜ਼ਹਿਰ ਦੀਆਂ ਗੰਦਲਾਂ ਨੇ। ਜਿਨ੍ਹਾਂ ਸੁੱਖਾਂ ਨੂੰ, ਜਿਨ੍ਹਾਂ ਪਦਾਰਥਾਂ ਨੂੰ ਤੂੰ ਬੜਾ ਮਿੱਠਾ ਕਰਕੇ ਮੰਨਦਾ ਹੈ, ਇਹ ਅਖੀਰ ਦੇ ਤੈਨੂੰ ਦੁਖਦਾਈ ਹੋਣਗੇ, ਕਿਉਂਕਿ ਇਹਨਾਂ ਵਿਸ਼ ਗੰਦਲਾਂ ਦੇ ਕਰਕੇ, ਦੁਨਿਆਵੀ ਸੁੱਖਾਂ ਦੇ ਕਰਕੇ, ਸੁੱਖਾਂ ਦਾ ਦਾਤਾ ਜੋ ਸੁੱਖ ਦੇਣ ਵਾਲਾ ਹੈ ਉਹ ਪਰਮੇਸ਼ਰ ਭੁੱਲਿਆ ਹੋਇਆ। ਤੇ ਜੇ ਤੂੰ ਦੁਨੀਆ ਦੀਆਂ ਵਿਸ਼ ਦੀਆਂ ਗੰਦਲਾਂ ਦੇ ਵਿੱਚ, ਦੁਨੀਆ ਦੇ ਪਦਾਰਥਾਂ ਦੇ ਵਿੱਚ, ਦੁਨੀਆ ਦੇ ਸੁੱਖਾਂ ਦੇ ਅੰਦਰ ਇਤਨਾ ਖਚਿਤ ਹੋ ਗਿਆ ਕਿ ਤੂੰ ਆਖਦਾ ਹੈ ਕਿ ਇਹ ਜਗ ਮਿੱਠਾ, ਅਗਲਾ ਕਿਸ ਡਿੱਠਾ, ਕਿ ਜੋ ਮੈਂ ਭੋਗ ਰਿਹਾ ਬਸ ਇਹੀ ਸੁੱਖ ਨੇ, ਇਹੀ ਜਗਤ ਹੈ, ਇਹੀ ਸੰਸਾਰ ਹੈ, ਅਗਲਾ ਕਿਨੇ ਦੇਖਣਾ ਹੈ। ਪਰ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਇਹ ਦੁਨਿਆਵੀ ਪਦਾਰਥਾਂ ਅੰਦਰ ਜਿੱਥੇ ਤੂੰ ਗਲਤਾਨ ਹੋਇਆ ਪਿਆ, ਸੱਚ ਜਾਣਨਾ ਕਿ ਇਹ ਵਿਸ਼ ਗੰਦਲਾਂ ਨੇ, ਇਹ ਉਹ ਜ਼ਹਿਰ ਦੀਆਂ ਗੰਦਲਾਂ ਨੇ। ਤੇ ਧਰੀਆਂ ਖੰਡ ਲਿਵਾੜ ਜਿਹੜੀਆਂ ਮਾਨੋ ਕਿ ਖੰਡ ਦੇ ਵਿੱਚ ਵਲੇਟੀਆਂ ਹੋਈਆਂ ਨੇ, ਖੰਡ ਦੇ ਅੰਦਰ ਗਲੇਫ ਕੀਤੀਆਂ ਹੋਈਆਂ ਨੇ, ਉਹਨਾਂ ਨੂੰ ਤੂੰ ਬੜਾ ਮਿੱਠਾ ਕਰਕੇ ਮੰਨਦਾ ਹੈ। ਗਲੇਫ ਤੋਂ ਭਾਵ ਜਿਵੇਂ ਕੋਈ ਬਹੁਤ, ਅਸੀਂ ਕੈਮਿਸਟ ਕੋਲ ਜਾਂਦੇ ਹਾਂ ਤੇ ਕਈ ਕੈਪਸੂਲ ਜਿਹੜੇ ਅੰਦਰੋਂ ਭਾਵੇਂ ਹੋ ਸਕਦਾ ਕਿ ਕੋੜੇ ਹੋਣ, ਪਰ ਬਾਹਰੋਂ ਜੋ ਕਵਰ ਹੁੰਦਾ ਨਾ ਕੈਪਸੂਲ ਦਾ, ਉਹ ਫਿੱਕਾ ਤੇ ਕਈ ਵਾਰੀ ਮਿੱਠਾ ਹੁੰਦਾ ਹੈ। ਇਸੇ ਤਰ੍ਹਾਂ ਇਹ ਦੁਨਿਆਵੀ ਪਦਾਰਥ ਤੈਨੂੰ ਸੁੱਖ ਤੇ ਲੱਗਦੇ ਨੇ, ਮਿੱਠੇ ਤੇ ਲੱਗਦੇ ਨੇ, ਪਰ ਇਹਨਾਂ ਦਾ ਅਸਰ ਜਿਹੜਾ ਹੈ ਨਾ, ਇਹ ਦੁਖਦਾਈ ਹੈ। ਤੇ ਸੁੱਖਾਂ ਦੇ ਵਿੱਚ ਤਾਂ ਬਦਲਣਗੇ ਤੂੰ ਗੁਰੂ ਅਨੁਸਾਰੀ ਹੋ ਜਾਏਗਾ। ਤੇ ਅੱਗੇ ਬਾਬਾ ਫਰੀਦ ਸਾਹਿਬ ਨੇ ਫਿਰ ਸ਼ਲੋਕ ਅੰਦਰ ਰਹਿਮਤ ਕੀਤੀ ਕਿ ਇੱਕ ਰਾਹਿੰਦੇ ਰਹਿ ਗਏ। ਇਹਨਾਂ ਦੁਨੀਆ ਦੇ ਸੁੱਖਾਂ ਦੇ ਵਿੱਚ ਖਚਿਤ ਹੋ ਕੇ ਇੱਕ ਸੰਸਾਰ ਦੇ, ਇੱਥੇ ਇੱਕ ਦੇ ਕੱਕੇ ਨੂੰ ਸਿਹਾਰੀ ਹੈ, ਭਾਵ ਕਿ ਅਨੇਕਾਂ ਹੀ ਰਾਹਿੰਦੇ ਤੋਂ ਭਾਵ ਰਾਂਦੇ ਹੋਏ, ਬੀਜਦੇ ਹੋਏ, ਕਮਾਉਂਦੇ ਹੋਏ, ਇਕੱਠੇ ਕਰਦੇ ਹੋਏ ਸੰਸਾਰ ਦੇ ਵਿੱਚੋਂ ਇੱਕ ਦਿਨ ਕੂਚ ਕਰਕੇ ਚਲੇ ਗਏ। ਇੱਕ ਰਾਹਿੰਦੇ ਰਹਿ ਗਏ ਤੇ ਨਾਲ ਆਖਦੇ ਨੇ ਕਿ ਇੱਕ ਰਾਧੀ, ਇੱਕ ਸੰਸਾਰ ਦੇ ਅੰਦਰ ਸਤਿਗੁਰ ਆਖਦੇ ਨੇ ਇੱਕ ਤੇ ਸੰਸਾਰ ਦੇ ਕਮਾ ਕੇ ਚਲੇ ਗਏ ਤੇ ਇੱਕ ਉਜਾੜ ਕੇ ਉਹ ਵੀ ਸੰਸਾਰ ਤੋਂ ਚਲੇ ਗਏ। ਉਹਨਾਂ ਦੇ ਨਾਲ ਵੀ ਇਹ ਜਿਹੜੇ ਧਨ ਪਦਾਰਥ ਜਿਹੜੇ ਨੇ ਉਹ ਨਾਲ ਨਹੀਂ ਲੱਭੇ, ਜਿਨ੍ਹਾਂ ਪਦਾਰਥਾਂ ਕਰਕੇ ਜੀਵਤ ਨੂੰ ਨਿਰੰਕਾਰ ਪਰਮਾਤਮਾ ਵਿਸਰਿਆ ਰਿਹਾ ਤੇ ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤ ਤੇ ਚੰਗੀ ਲੱਗੇ, ਪਦਾਰਥ ਤੇ ਚੰਗੇ ਲੱਗੇ, ਪਰ ਉਹ ਦੇਣ ਵਾਲਾ ਦਾਤਾ ਵਿਸਰ ਗਿਆ। ਤੇ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਇਹ ਵਿਸ਼ ਗੰਧਲਾ, ਇਹ ਦੁਨੀਆ ਦੇ ਪਦਾਰਥ ਉਸ ਜ਼ਹਿਰ ਦੇ ਸਮਾਨ ਨੇ ਜੋ ਬਾਹਰੋਂ ਭਾਵੇਂ ਤੈਨੂੰ ਮਿੱਠੇ ਲੱਗਦੇ ਨੇ, ਦੁਨੀਆ ਦੇ ਸੁੱਖ ਭੋਗਦਿਆਂ ਹੋਇਆਂ, ਪਰ ਹੈ ਇਹ ਜੀਵਨ ਨੂੰ ਤਬਾਹ ਕਰਨ ਵਾਲੇ ਨੇ। ਜੋ ਹੀਰੇ ਵਰਗਾ ਜਨਮ ਸੀ ਉਹ ਕੋਡੀਆਂ ਦੇ ਭਾਵ ਸੰਸਾਰ ਦੇ ਚੋਂ ਚਲਾ ਗਿਆ। ਸਤਿਗੁਰੂ ਮਹਾਰਾਜ ਨੇ ਜਦੋਂ ਕਬੀਰ ਸਾਹਿਬ ਦੀ ਬਾਣੀ ਪੜ੍ਹਦੇ ਹਨ, ਕਬੀਰ ਸਾਹਿਬ ਨੇ ਬੜਾ ਸੋਹਣਾ ਜ਼ਿਕਰ ਕੀਤਾ ਹੈ। ਕਬੀਰ ਸਾਹਿਬ ਆਖਦੇ ਨੇ ਕਿ ਬਹੁ ਪਰਪੰਚ ਕਰ ਪਰ ਤਨ ਲਿਆਵੇ। ਇਹ ਇਨਸਾਨ ਬੜੇ ਪਰਪੰਚ ਕਰਕੇ ਸਿੱਧੇ ਅਸਿੱਧੇ ਤਰੀਕੇ ਦੇ ਨਾਲ ਤੂੰ ਧਨ ਪਦਾਰਥ ਇਕੱਠਾ ਕਰਕੇ ਲੈ ਕੇ ਆਂਦਾ ਹੈ। ਬਹੁ ਪਰਪੰਚ ਕਰ ਪਰ ਤਨ ਲਿਆਵੇ, ਸੁਤ ਦਾਰਾ ਪੇ ਆਨ ਲੁਟਾਵੇ। ਸੁਤ ਤੋਂ ਭਾਵ ਬੱਚੇ, ਦਾਰਾ ਤੋਂ ਭਾਵ ਇਸਤਰੀ, ਇਹਨਾਂ ਦੇ ਉੱਪਰ ਆ ਕੇ ਲੁਟਾਉਂਦਾ ਹੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਚਿਰੇ ਜੀ ਪਹਿਲੇ ਜੈ। ਤੇਰੇ ਕੋਲ ਪੁੱਛਿਆ ਜਾਣਾ ਹੈ ਕਿ ਇੱਕ ਰਹਿੰਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਬਹੁ ਪਰਪੰਚ ਕਰ ਪਰ ਤਨ ਲਿਆਵੇ, ਸੁਧ ਦਾਰਾ ਪੈ ਆਨ ਲੁਟਾਵੇ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। ਛਿਨ ਛਿਨ ਤਨ ਚੀਜੈ, ਛਿਨ ਛਿਨ ਕਰਕੇ ਤੇਰਾ ਤਨ ਛਿਜ ਰਿਹਾ ਹੈ, ਕਮਜ਼ੋਰ ਹੋ ਗਿਆ ਹੈ, ਬਿਰਧ ਹੋ ਗਿਆ ਹੈ। ਬਾਲਪਤ ਤੋਂ ਬਾਅਦ ਜਵਾਨੀ, ਜਵਾਨੀ ਤੋਂ ਬਾਅਦ ਬੁਢੇਪੇ ਦੇ ਵਿੱਚ ਇਹ ਸ਼ਾਖਾਂ ਕੁਮਲਾ ਰਹੀਆਂ ਨੇ, ਜਿਸ ਨੂੰ ਬਾਬਾ ਫਰੀਦ ਸਾਹਿਬ ਆਖਦੇ ਨੇ ਅੱਖੀ ਦੇਖ ਪਤੀਣੀਆਂ, ਸੁਣ ਸੁਣ ਰੇਣੇ ਕੰਨ, ਸਾਖ ਪਕੇਂਦੀ ਆਈਆ ਹੋਰ ਕਰੇਂਦੀ ਵਨ। ਅੱਖਾਂ ਦੇ ਚੋਂ ਹੁਣ ਦਿਸਣਾ ਬੰਦ ਹੋ ਗਿਆ, ਕੰਨਾਂ ਦੇ ਨਾਲ ਸੁਣਨਾ ਬੰਦ ਹੋ ਗਿਆ।
शरीर रूपी शाखा ये भी कमजोर हो गई, होर करेंदी वन ते बुढ़ेपे दे जाके बिरध अवस्था अंदर रंग भी बदल गया। हुण तन बड़ा कमजोर हो गया। छिन छिन तन छीजै जरा जनावै, तब तेरी ओ कोई पानियो ना पावे। कहत कबीर कोई नहीं तेरा, हिरदय राम की ना जपै सवेरा, तू परमेश्वर दे नाम नूं जप। ये विशगंधलां ने। महाराज सच्चे पातशाह बाणी अंदर रहमत करते ने। गुरुदेव आखते ने कि खसम मरै तो नार ना रोवै। हुण इहदे बाहरी अर्थ करांगे तो सानू कुछ होर लगेगा, पर जो भगत साहब इस पावन बाणी अंदर रहमत करके समझाते ने, वो आखते ने कि खसम कमाण वाला जिसने सारा जीवन मेहनत की, इंज कह लवां कि सीधे असीधे तरीके दे नाल बड़ा धन दौलत इकट्ठा की, पदार्थ इकट्ठे किए, खसम मरै तो नार ना रोवै। किहड़ी नार है? माया रूपी नार। जिस माया रूपी नार नूं इकट्ठा किया, जदों उहदा कमाण वाला मालिक चला गया तो वह नार नहीं रोंदी। क्यों? उस रखवारो ओरो होवे, उहदा रखवाला कोई होर बन जाता है। मैनूं कहण देना, परिवार के जी बन जाते ने, बच्चे बन जाते ने। इत्थों तक जे बच्चे ना होण ते रिश्तेदार बन जाते ने। जे रिश्तेदार भी ना हो जाण ते कोई संस्था फिर उस जगह नूं, उस प्रॉपर्टी नूं, उस जमीन नूं फिर लै लैंदी है। खसम मरै तो नार ना रोवै, उस रखवारो ओरो होवै, उहदा रखवाला कोई होर बन जाता है। बाबा फरीद साहब आखते हैं कि जिन्हां विश गंधलां दे करके तू दुनिया के पदार्थां नूं सुख जान के सारा जीवन इकट्ठा करदा रहे, वो खंड दियां तरह तैनूं मिठियां लगदियां सन, पर सारा जीवन एकत्र कर करके होया कि एक राहंदे रह गए। ते बचन वाले भी महाराज आखते हैं कि राधी गए उजाड़, वो भी उजाड़ के संसार दे चू चले गए। उन्हां दे नाल भी वो धन पदार्थ दुनिया के सुख नाल नहीं लेवे। श्रीमान भाई साहब भाई गुरदास जी का कवित है, वो आखते ने कि जैसे मधमाखी सींच सींच एकत्र करे। भाई साहब आखते ने कि मधु की मक्खी फुलों के चों रस इकट्ठा करती है। शहद का छत्ता तैयार किया, जो शहद का छत्ता पूरा तैयार होया, शहद कढ़न वाला आया, सारे का सारा शहद कढ़ के लै गया, मधुमक्खियां दे पल्ले कुछ नहीं पिया। जैसे मधमाखी सींच सींच एकत्र करे, हरै मधु आए ताकै मुख छार डार कै। उन्हां मक्खियां का मुंह पासे करके, कह लवां के तरीके नाल धूं आदिक लगा के उन्होंने पासे कर दिता, सारे का सारा शहद कढ़ के लै गया, मधुमक्खियां नूं नहीं मिलिया। जैसे बछ हेत गौ संचित है खीर, ताहि लेत है अहीर दो बछरे बिडार कै। जिवें गऊ सारा दिन चरदी है, शाम नूं थणा दे दुध होएगा ते बच्छा पीएगा, पर गुजर की करदा है, बच्चे नूं एक पासे बद्धा, सारे दा सारा दुध चो लिया, बच्चे दे पल्ले कुछ नहीं रहा। जैसे धर खोद खोद बिल साजै मूसा, मूसा हिंदी दे चूहे नूं किया जाता है। भाई साहब आखते हैं कि धरती नूं खोद खोद के चूहा अपने रहन का प्रबंध करता है, पर होया कि पै सत सर्प ताए खाए ताहे मार के। सप आया चूहे नूं मार मुकाया, ते चूहे की खुड़ दे विच सप रहन लग पिया, क्योंकि सप की अपनी खुड़ नहीं होंदी, वो चूहियां की खुड़ दे विच रहिंदे ने। हुण भाई साहब गुरदास जी अखीर दे आखते हैं कि तैसे कोट पाप कर माया जोर जोर मोर, अंत काल छाड़ चले दोनों घर चाल के। बड़े सीधे असीधे तरीके नाल बड़ा धन पदार्थ इकट्ठा किया, अखीर दे विच सारा कुछ छोड़ के तुर पिया, नाल कुछ नहीं रहा। इतिहास के जिक्र आंदा है, केवल मैं टूक मात्र अर्ज करनी है। दुनी चंद ने लाहौर दे विच एक नहीं दो नहीं तीन नहीं 7 झंडे लाए सन, ते बाबा नानक जदों पहुंचे आखन लगे दुनी चंद ये 7 झंडे क्यों?
ਤੇ ਭਾਈ ਸੰਤੋਖ ਸਿੰਘ ਚੂੜਾਮਣੀ ਲਿਖਦੇ ਨੇ ਕਿ ਦੁਨੀ ਚੰਦ ਕਹਿਣ ਲੱਗਾ 7 ਕਰੋੜੀਆਂ ਆਵੇਂ, ਮੇਰੇ ਕੋਲ 7 ਕਰੋੜ ਨੇ, 1 ਕਰੋੜ ਦਾ 1 ਝੰਡਾ, 2 ਕਰੋੜ ਦੇ 2 ਝੰਡੇ, 7 ਕਰੋੜ ਦਾ ਮਾਲਕ ਆਵੇਂ 7 ਝੰਡੇ ਲਾਏ ਨੇ। ਬਾਬਾ ਨਾਨਕ ਆਖਣ ਲੱਗੇ ਫਿਰ ਕੰਮ ਕਰਕੇ ਸਾਡੇ ਕੋਲ ਇੱਕ ਸੂਈ ਹੈ, ਅਸੀਂ ਦਰਗਾਹ ਦੇ ਤੈਨੂੰ ਲੈ ਲਿਆਂਗੇ। ਲੈ ਲਈ। ਘਰ ਵਾਲੇ ਕਹਿਣ ਲੱਗੇ ਦੁਨੀ ਚੰਦ ਨੂੰ ਤੁਸੀਂ ਸੂਈ ਲੈ ਤੇ ਲਈ ਹੈ, ਸੰਸਾਰ ਦੇ ਚੋਂ ਜੀਵ ਜਾਂਦਾ ਹੈ, ਉਹਦੇ ਪੱਲੇ ਕੁਝ ਨਹੀਂ ਜਾਂਦਾ, ਸਰੀਰ ਵੀ ਇੱਥੇ ਰਹਿ ਜਾਂਦਾ ਹੈ, ਸੂਈ ਕਿੱਥੇ ਲੈ ਕੇ ਜਾਓਗੇ? ਗੁਰੂ ਨਾਨਕ ਸੱਚੇ ਪਾਤਸ਼ਾਹ ਚਰਨਾਂ ਦੇ ਢਹਿ ਪਿਆ ਤੇ ਵਾਕਈ ਫਿਰ ਸਿੱਖੀ ਕਮਾਈ ਉਸਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਕਰਤਾਰਪੁਰ ਜੀਵਨ ਦੇ ਅਖੀਰਲੇ ਪੰਧ ਵਿੱਚ ਆ ਕੇ ਠਹਿਰੇ ਸਨ ਤੇ ਦੁਨੀ ਚੰਦ ਉੱਥੇ ਮਹਾਰਾਜ ਦੇ ਚਰਨਾਂ ਦੇ ਕਰਤਾਰਪੁਰ ਆਇਆ ਕਰਦਾ ਸੀ। ਇਸ ਸਾਖੀ ਦੇ ਅੰਦਰ ਵੀ ਗੁਰਦੇਵ ਪਾਤਸ਼ਾਹ ਇਹ ਸਮਝਾਉਂਦੇ ਨੇ ਕਿ ਜਿਹੜੇ ਬੜੇ ਢੰਗਾਂ ਦੇ ਨਾਲ ਤੂੰ ਧਨ ਪਦਾਰਥ ਇਕੱਠਾ ਕੀਤਾ, ਨਾਲ ਕੁੱਝਣ ਵਾਲਾ ਨਹੀਂ ਕਿ ਇਹ ਵਿਸ਼ ਗੰਧਲਾਂ, ਇਹ ਦੁਨੀਆ ਦੇ ਪਦਾਰਥ ਦੁਨੀਆ ਦੀਆਂ ਵਿਸ਼ ਗੰਧਲਾਂ ਨੇ। ਧਰੀਆਂ ਖੰਡ ਲਿਵਾਟ ਦੀਆਂ ਖੰਡ ਦੀ ਤਰ੍ਹਾਂ, ਮਿੱਠੇ ਦੀ ਤਰ੍ਹਾਂ ਤੈਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ, ਬੜਾ ਸਾਂਭ ਕੇ ਰੱਖਦਾ, ਤੂੰ ਇੱਕ ਰਾਹੰਦੇ ਰਹਿ ਗਏ, ਇੱਕ ਨਾਲ ਇਕੱਠੇ ਕਰਦੇ ਹੋਏ ਸੰਸਾਰ ਦੇ ਚੋਂ ਕੂਚ ਕਰਕੇ ਚਲੇ ਗਏ, ਇੱਕ ਉਜਾੜ ਕਰਕੇ ਉਹ ਵੀ ਸੰਸਾਰ ਤੋਂ ਚਲੇ ਗਏ, ਉਹਨਾਂ ਦੇ ਨਾਲ ਵੀ ਇਹ ਨਾਲ ਨਹੀਂ ਗਈਆਂ ਜਿਨ੍ਹਾਂ ਪਦਾਰਥਾਂ ਦੀ ਦੌੜ ਦੇ ਵਿੱਚ ਲੱਗਾ ਹੋਏ। ਤੇ ਸਤਿਗੁਰੂ ਮਹਾਰਾਜ ਆਖਦੇ ਨੇ ਕਿ ਫਿਰ ਦੁਨੀਆ ਦੇ ਪਦਾਰਥ ਨਾ ਹੋਣ। ਸਤਿਗੁਰੂ ਮਹਾਰਾਜ ਆਖਦੇ ਨੇ ਕਿ ਦੁਨੀਆ ਦੇ ਪਦਾਰਥਾਂ ਨੂੰ ਤੂੰ ਭੋਗੇ, ਪਰ ਗੁਰੂ ਅਨੁਸਾਰੀ ਹੋ ਕੇ ਰੱਬ ਦੀ ਯਾਦ ਹਿਰਦੇ ਦੇ ਵਿੱਚ ਲੈ ਕੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸ਼੍ਰੀ ਰਾਗ ਦਾ ਪਹਿਲਾ ਬਚਨ ਉਚਾਰਨ ਕੀਤਾ। ਮਹਾਰਾਜ ਆਖਦੇ ਨੇ ਕਿ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ। ਮੋਤੀਆਂ ਦੇ ਨਾਲ ਮੰਦਰ ਉਸਰਿਆ ਹੋਵੇ, ਸੋਹਣਾ ਘਰ ਹੋਏ ਤੇਰਾ, ਰਤਨੀ ਤਾਂ ਹੋਏ ਜੜਾਓ, ਰਤਨ ਜੜੇ ਹੋਣ, ਕੁਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਕੁਸਤੂਰ ਕੁੰਗੂ ਭਾਵ ਕੇ ਸੁਗੰਧੀਆਂ ਹੋਣ, ਉਸ ਘਰ ਦੇ ਵਿੱਚ ਸਾਰੇ ਸੁੱਖ ਹੋਣ। ਪਰ ਇੱਕ ਗੱਲ ਯਾਦ ਰੱਖੀ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿਤ ਨਾ ਵੈਨਾ। ਇਹਨਾਂ ਭੁੱਲਾਂ ਦੇ ਵਿੱਚ ਰਹਿ ਕੇ ਰੱਬ ਦੇ ਨਾਮ ਨੂੰ ਨਾ ਭੁੱਲ ਜਾਏ, ਇਹ ਵਿਸ਼ ਗੰਧਲਾਂ ਨੇ। ਇਹਨਾਂ ਦੁਨੀਆ ਦੇ ਸੁੱਖਾਂ ਦੇ ਵਿੱਚ ਨਿਰੰਕਾਰ ਪਰਮਾਤਮਾ ਦਾ ਨਾਮ ਤੇ ਨਾ ਭੁੱਲ ਜਾਏ। ਤੇ ਗੁਰਬਾਣੀ ਸਾਨੂੰ ਜੀਵਨ ਜੀਣ ਦਾ ਢੰਗ ਸਿਖਾਉਂਦੀ ਹੈ, ਜੁਗਤ ਸਿਖਾਉਂਦੀ ਹੈ। ਗੁਰਦੇਵ ਪਾਤਸ਼ਾਹ ਮਹਾਰਾਜ ਆਖਦੇ ਨੇ ਕਿ ਨਾਨਕ ਸਤਿਗੁਰ ਭੇਟੀ ਹੈ, ਪੂਰੀ ਹੋਵੇ ਜੁਗਤ। ਨਾਨਕ ਵਿਸ਼ਰਾਮ ਹੈ ਨਾਨਕ, ਤੇ ਨਾਨਕ ਕਹਿੰਦੇ ਨੇ ਸਤਿਗੁਰ ਭੇਟੀ ਹੈ। ਸਤਿਗੁਰ ਨੂੰ ਭੇਟਣ ਦੇ ਨਾਲ, ਗੁਰੂ ਦੀ ਸ਼ਰਨ ਚ ਆਉਣ ਦੇ ਨਾਲ, ਗੁਰੂ ਅਨੁਸਾਰੀ ਹੋਣ ਦੇ ਨਾਲ ਪੂਰੀ ਹੋਵੇ ਜੁਗਤ। ਸਿੱਖ ਨੂੰ ਜੀਵਨ ਜੀਣ ਦੀ ਜੁਗਤ ਮਿਲਦੀ ਹੈ। ਕੀ ਜੁਗਤ ਮਿਲਦੀ ਹੈ? ਮਹਾਰਾਜ ਆਖਦੇ ਨੇ ਕਿ ਹਸੰਦਿਆਂ, ਖੇਲੰਦਿਆਂ, ਪਹਿਨੰਦਿਆਂ, ਖਾਵੰਦਿਆਂ ਵਿੱਚੇ ਹੋਵੇ ਮੁਕਤ। ਸਤਿਗੁਰ ਨੇ ਨਹੀਂ ਕਿਹਾ ਕਿ ਸਿੱਖ ਹੱਸੇ ਨਾ, ਸਿੱਖ ਦੇ ਜੀਵਨ ਵਿੱਚ ਖੁਸ਼ੀ ਨਾ ਹੋਏ। ਤੇ ਕੇਵਲ ਸਿੱਖ ਹੀ ਨਹੀਂ, ਗੁਰਬਾਣੀ ਨੂੰ ਮੰਨਣ ਵਾਲਾ ਸਾਰੀ ਕਾਇਨਾਤ ਵਾਸਤੇ ਸਾਂਝਾ ਉਪਦੇਸ਼ ਹੈ। ਇਤੇ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਨਾਨਕ ਸਤਿਗੁਰ ਭੇਟੀ ਹੈ, ਪੂਰੀ ਹੋਵੇ ਜੁਗਤ। ਹਸੰਦਿਆਂ, ਖੇਲੰਦਿਆਂ, ਪਹਿਨੰਦਿਆਂ, ਖਾਵੰਦਿਆਂ ਵਿੱਚੇ ਹੋਵੇ ਮੁਕਤ। ਪਰ ਗੁਰਦੇਵ ਆਖਦੇ ਕਿ ਗੁਰੂ ਅਨੁਸਾਰੀ ਹੋ ਕੇ ਤੂੰ ਖਾਣਾ ਕੀ ਹੈ, ਤੂੰ ਪਹਿਨਣਾ ਕੀ ਹੈ, ਤੂੰ ਹੱਸਣਾ ਕਿਵੇਂ ਹੈ, ਇਹ ਗੁਰੂ ਕੋਲੋਂ ਪੁੱਛ ਕੇ ਤੂੰ ਚੱਲੇਗਾ। ਤੇ ਸਤਿਗੁਰ ਮਹਾਰਾਜ ਪਾਵਨ ਬਾਣੀ ਅੰਦਰ ਰਹਿਮਤ ਕਰਦੇ ਨੇ। ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ, ਉਨੀ ਮੰਦੇ ਪੈਰ ਨਾ ਰੱਖਿਓ। ਕਰ ਸੁਕ੍ਰਿਤ ਧਰਮ ਕਮਾਇਆ, ਉਹ ਮੰਦੇ ਪਾਸੇ ਪੈਰ ਨਹੀਂ ਰੱਖਦਾ, ਚੰਗੀ ਕਿਰਤ ਕਰਦਾ ਹੈ, 10 ਨੂਹਾਂ ਦੀ ਕਿਰਤ ਕਮਾਈ ਕਰਦਾ ਹੈ, ਨੇਕ ਕਮਾਈ ਕਰਦਾ ਹੈ। ਉਹਦੀ ਕਿਰਤ ਅੰਦਰ ਸੱਚਾਈ ਹੈ, ਪਵਿੱਤਰਤਾ ਹੈ ਉਹਦੀ ਕਿਰਤ ਵਿੱਚ। ਫਿਰ ਆਪਣੀ ਕਿਰਤ ਕਮਾਈ ਦੇ ਚੋਂ 10ਵਾਂ ਹਿੱਸਾ ਜਿਹੜਾ ਹੈ ਗੁਰੂ ਦੇ ਚਰਨਾਂ ਦੇ ਭੇਟਾ ਕਰਦਾ ਹੈ। ਥੋੜਾ ਸਵੈ ਥੋੜਾ ਹੀ ਖਾਵੇ ਵਾਲਾ ਉਹਦਾ ਜੀਵਨ ਹੈ। ਇਹ ਨਹੀਂ ਕਿ ਪੇਟ ਭਰਿਓ ਪਸ਼ੂਆ ਜਿਉ ਸੋਇਓ, ਮਾਨੁਖ ਜਨਮ ਹੈ ਆਰਿਓ। ਪਾਤਸ਼ਾਹ ਆਖਦੇ ਨੇ ਕਿ ਥੋੜਾ ਸਵੈ ਥੋੜਾ ਹੀ ਖਾਵੇ। ਗੁਰਦੇਵ ਪਾਤਸ਼ਾਹ ਦੇ ਬਚਨ ਹੈ ਕਿ ਜਿਤ ਸੇਵੀ ਹੈ ਉਸ ਮਾਲਕ ਨੂੰ ਸੇਵ। ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ,
उन्हीं मंदा पैर न रखियो, कर सुकृत धर्म कमाया, उन्हीं दुनिया तोड़े बंधना, अन पानी थोड़ा खाया। तू बख्शीशी अगलानत देवे चढ़ सवाया, वडियाई वड्डा पाया। उस मालिक की वडियाई करके वो वड्डे प्रभु नूं, वाहिगुरू नूं अपने हिरदे अंदर वसदा या पछाण लैंदा है कि सब कुछ करन कराण वाला मेरा मालिक है। वड्डे प्रभु नूं प्राप्त कर लैंदा है। गुरुदेव आखदे ने कि गुरु अनुसारी होके जो गुरु की शरण च पैंदा है ते गुरु ये सिख दिंदा है सिख नूं कि गुरु के सिख का जीवन कैसा होए कि प्रभ ते जन जानी जय, जन ते स्वामी, के सिख तो गुरु की पछाण ते गुरु तो सिख की पछाण होए। सिख के जीवन दे चों गुरु का किरदार नजर आए। सिख तुरदा होया गुरु नानक की सिक्खी का प्रचार करे, उहदे जीवन नूं देख के लोकी कहण कि गुरु नानक सच्चे पातशाह का सिख है। सनातन धर्म के अंदर एक विद्वान होए ने, उन्हों का जिक्र करके मैं समाप्ति करा। उन्हों का नाम होया है राम हंस, परमहंस करके उन्होंने कहा गया। बड़िया अध्यात्मकता दी गल्लां करते सन, परमेश्वर दे नाल जुड़े हुए, ते कई बारी उन्हां को लोग आते सन, विचारां करते सन। विचारां करदियां करदियां परमार्थ दीयां गल्लां करदियां करदियां उन्होंने जाना रसोई दे चले जाना, ते घर दे जो धर्म पत्नी का नाम शारदा है। शारदा अज बनाया की है, जो बनाया उन्होंने दस देना। कई बार उन्होंने जीवन के इस घटना वापरी, तो एक दिन पत्नी शारदा ने कह दिता कि परमहंस जी नूं, जो रामहंस परमहंस ने, कहन के नाथ जी मैं तो तुहाडे जीवन तो भली भांत जान हाँ, पर जो लोग तुहाडे कोल आंदे ने, तुसी परमार्थ दियां रब दियां गल्लां करदे हो, ते रब दियां गल्लां करदियां करदियां दुनियावी रस दे च आके टिक जांदे हो। उस वेले रामहंस परमहंस ने गल की सी, कहने लगे मेरे जीवन अंदर केवल एक रोटी खाण का या भोजन का ही रस टिकिया है, होर रस त्याग दिते ने। ते जिस दिन मैं ये रस छोड़ देंगा ना, उस तो 3 दिन बाद मेरे जीवन का अंत हो जाएगा। उस तो बाद 3 दिन में जीना है। मैं अपने जीवन अंदर केवल एको ही रस टिकाया हुआ है। ते वाकई ये जीव घटना उन्होंने जीवन च वापरी कि जदों फिर उन्होंने भोजन त्याग दिता, शारदा उन्होंने धर्म पत्नी भोजन लैके आई कि हे नाथ भोजन तैयार है। कहने के किहड़े भोजन की गल करदी है, हुण थाली लै जाओ। उस दिन तो बाद उन्होंने भोजन नहीं किया, ते ठीक तीसरे दिन उन्होंने जीवन का अंत हो गया। असल दे विच ये वो संतोखी ने, दुनिया के पदार्थों को भोगना जरूर है, पर उन्हें भोगदियां होइयां निरंकार नूं परमात्मा नूं चेते रखना है। बाबा फरीद साहब ने इस पावन श्लोक अंदर यही रहमत की है। बाबा फरीद साहब आखदे ने कि फरीदा ये विष गंदला, ये दुनिया के पदार्थ जे इन्हां पदार्थां अंदर टिक के तेरे हिरदे अंदरों निरंकार का नाम विसर गया, ते ये जहर दियां वो गंदलां ने जिन्हां तू सुख लोड़दा है, तू सुखां की कामना करदे। ते बाणी आखदी है सुख नाही बहुते धन खाटे। मैं बहुते धन पदार्थ इकट्ठे कर लवां, बहुत धन जोड़ लवां, इकट्ठा कर रहा, इस दे नाल सुख नहीं मिलणगे। सुख नाही बहुते धन खाटे, सुख नाही पेखे निरत नाटे। बड़े नाटक चेटक देख लवां जो अज टीवी के उपर भावें वो मूवियां ने भावें नाटक ने, जिन्हां दे नाल सोचा कि मेरे मन को खुशी मिल जाए। सतगुर आखते हैं कि हो सकता है 2-4 मिनट अद्धा घंटा तेरा मन खुश रहे, पर सुख ते आनंद ते गुरु नूं मिल के प्राप्त होना है कि जिस मिलिया मन होए आनंद, सो सतगुर कही है। सुख नाही पेखे निर नाटे, सुख नाही वो देश कमाए। बहुते देशों दे जाके बड़ा धन पदार्थ इकट्ठा कर लवा। सुख नाही वो देश कमाए, सर्व सुखा हर हर गुण गाए।
हरि दे गुण गाया, मालिक दी सिफत कीतियां ही सुख मिले ने। क्योंकि ये दुनियावी पदार्थां दे विच जे तू टिकिया होया, ये विष गंधलां धरियां खंड लिवाड़, ये मानो खंड दे विच मिठे दे विच वलेटियां हुईयां ने, गलेफ कीतियां हुईयां ने। ते जड़े लोग इस संसार दे अंदर दुनियावी पदार्थां नूं इकट्ठे करदे रहे, एक राहेंदे रह गए। एक ਉਹ जिन्हां ने सारा जीवन धन पदार्थ इकट्ठा किया पर अखीर दे विच नार नहीं लवे। एक राधी गए उजाड़, ते उजाड़ के संसार तो ਉਹ भी बहुते लोग संसार दे चों खाली हथ चले गए। कबीर साहब आखदे ने, कोडी कोडी जोर के जोरे लाख करोड़, चलती बार ना कछ रहो लई लंगोटी तोर। सनातन धर्म के अंदर जो कबीर साहब ने देखा कि लोकी लक दे दुआले भी चैन पाया करते सन, सारा जीवन इहदा मान रहा कि मेरे को बड़ा धन पदार्थ है, पर जो अखीरला वेला आया तो घर वाले जो चैन बंधी हो लंगोटी के नाल वो भी खिंच लई, भाई हुण ते चले हुण इहदे किदे काम दी है, इते जाके शमशान जाके सड़ी जानी है, वो भी खिंच लई। कि कोडी कोडी जोर के जोरे लाख करोड़, चलती बार ना कछ रहो लई लंगोटी तोड़, वो भी तोड़ लई। इसलिए हे जे परमेश्वर के नाम रूपी धन नूं विहांज, क्योंकि जह महा भयान दूत जम दलै, तह केवल नाम संग तेरा चले। केवल एक नाम ही परमेश्वर का नाल निभण वाला है। उस नाम रूपी सरमाए नूं अपने जीवन का सिरमौर खजाना बना, नाम रूपी धन नूं अपने हिरदे विच साम के रख। ते ये अरदास करिए, विसर नाही दातार अपना नाम देहो, गुण गावां दिन रात नानक चाओ एहो। नानक